Please subscribe to our YouTube channel and press the bell icon for the latest updates. ਇਨਾਂ ਦੇ ਰਾਹ ਅਵਲੜੇ ਨੇ ਇਹ ਬੱਦਲ ਖਾਰੇ ਨੇ ਧਰਤੀ 'ਚ ਸ਼ਬਦ ਬੀਜਦੇ ਇਹ ਅੰਬਰਾਂ ਦੇ ਸਿਰਨਾਵੇਂ ਨੇ ਅੰਬਰਾਂ ਦੇ ਸਿਰਨਾਵੇਂ 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 ਅੰਬਰਾਂ ਦੇ ਸਿਰਨਾਵੇਂ। ਸਾਡੇ ਪਿਆਰੇ ਦੋਸਤੋ, ਅੱਜ ਅੰਬਰਾਂ ਦੇ ਸਰਨਾਵੇਂ ਪ੍ਰੋਗਰਾਮ 'ਚ ਜਿਸ ਸ਼ਖਸੀਅਤ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ, ਪੂਨਮ ਸਿੰਘ ਪ੍ਰੀਤਲੜੀ, ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਪੋਤਨੋਂ ਅੱਜ ਸਾਡੇ ਸਟੂਡੀਓ 'ਚ ਆਏ ਆ। ਸਾਡੇ ਲਈ ਇਹ ਖੁਸ਼ੀ ਦੀ ਗੱਲ ਆ ਕਿ ਇਹ ਪ੍ਰੀਤਲੜੀ ਜਿਹੜਾ ਮੈਗਜ਼ੀਨ ਆ, ਅੱਜ ਕੱਲ੍ਹ ਉਹਦੀ ਇਹ ਸੰਪਾਦਨਾ ਪੂਨਮ ਸਿੰਘ ਜੀ ਕਰ ਰਹੇ ਆ ਔਰ ਪਿਛਲੇ 88 ਸਾਲ ਤੋਂ ਲਗਾਤਾਰ ਇਹ ਮੈਗਜ਼ੀਨ ਪੰਜਾਬ ਦੀ ਪੰਜਾਬੀ ਬੋਲੀ ਦੀ ਸੇਵਾ ਕਰ ਰਹੇ ਆ। ਪੂਨਮ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਇੱਥੇ ਆਉਣ ਦੇ। ਬਹੁਤ ਬਹੁਤ ਜੀ ਆਇਆਂ ਤੁਹਾਡੇ ਇੱਥੇ। ਬਹੁਤ ਮਿਹਰਬਾਨੀ, ਬਹੁਤ ਅੱਛਾ ਲੱਗ ਰਿਹਾ ਤੁਸੀਂ ਇਹ ਮੌਕਾ ਦਿੱਤਾ। ਨਹੀਂ, ਸਾਡੇ ਲਈ ਇਹ ਬੜੇ ਮਾਣ ਵਾਲੀ ਗੱਲ ਆ ਕਿ ਤੁਸੀਂ ਸਾਡਾ ਸੱਦਾ ਸਵੀਕਾਰ ਕੀਤਾ। ਪੂਨਮ ਜੀ, ਆਪਾਂ ਗੱਲ ਸ਼ੁਰੂ ਕਰਦੇ ਹਾਂ। ਮੈਨੂੰ ਵੀ ਨਹੀਂ ਬਹੁਤਾ ਪਤਾ ਤੇ ਬਹੁਤ ਸਾਰੇ ਲੋਕਾਂ ਨੂੰ ਵੀ ਨਹੀਂ ਪਤਾ ਹੋਊਗਾ ਤੁਹਾਡਾ ਜਿਹੜਾ ਪਰਿਵਾਰਕ ਪਿਛੋਕੜ, ਪਰਿਵਾਰ ਕਿਸ ਪਰਿਵਾਰ ਤੋਂ ਤੁਸੀਂ ਆਏ ਤੇ ਉਹ ਸਾਡੇ ਨਾਲ ਤੁਸੀਂ ਗੱਲਬਾਤ। ਮੇਰੇ ਆਪਣਾ ਪਰਿਵਾਰ ਜੀ ਪੇਕਾ ਘਰ। ਪੇਕੇ ਘਰ ਦੇ ਵਿੱਚ ਮਾਂ ਪਿਓ ਜਿਹੜੇ ਨੇ ਆਦਰਸ਼ਵਾਦ ਦੇ ਵਿੱਚ ਉਹਨਾਂ ਨੇ ਆਪਣਾ ਜੀਵਨ ਜੋ ਹੈ ਉਹ ਲੋਕਾਂ ਦੇ ਨਾਲ ਲਾਇਆ ਹੋਇਆ ਸੀ। ਤੇ ਮੇਰੀ ਮਾਂ ਵਕੀਲ ਸੀ, ਬਾਰਟ ਲਾਅ ਸੀ। ਉਹਨਾਂ ਨੇ ਇੰਗਲੈਂਡ ਤੋਂ ਬੈਰਿਸਟਰੀ ਕੀਤੀ ਹੋਈ ਸੀ ਤੇ ਕੁਝ ਚਿਰ ਤੇ ਉਹ ਕਮਿਊਨਿਸਟ ਪਾਰਟੀ ਦੇ ਵਿੱਚ ਹੋਲ ਟਾਈਮਰ ਵਾਂਗ ਕੰਮ ਕਰਦੇ ਰਹੇ। ਫਿਰ ਉਹਨਾਂ ਨੂੰ ਲੱਗਾ ਕਿ ਮੈਂ ਵਕਾਲਤ ਕਰਨੀ ਹੈ ਕਿਉਂਕਿ ਮੈਂ ਪੜ੍ਹੀ ਹੈ ਤੇ ਮੇਰੇ ਪਿਤਾ ਦਾ ਸੁਪਨਾ ਸੀ ਕਿ ਮੈਂ ਵਕੀਲ ਬਣਾ। ਫਿਰ ਉਹਨਾਂ ਨੇ ਵਕਾਲਤ ਸ਼ੁਰੂ ਕੀਤੀ, ਉਹ ਵੀ ਗਰੀਬ ਵਰਗ ਲਈ ਕੇਸ ਲੜਨੇ। ਤੇ ਔਖੀ ਜ਼ਿੰਦਗੀ ਅਸੀਂ ਜੀਵੀ ਪੈਸੇ ਵੱਲੋਂ, ਲੇਕਿਨ ਬੜੀ ਤਸੱਲੀ ਵਾਲੀ ਸੀ। ਇੱਕ ਤੇ ਇਹ ਹੈ ਤੇ ਮੇਰੇ ਪਿਤਾ ਜੋ ਨੇ ਉਹ ਹੋਲ ਟਾਈਮਰ ਸਨ ਕਮਿਊਨਿਸਟ ਪਾਰਟੀ ਦੇ। 17 ਸਾਲ ਦੀ ਉਮਰ ਤੋਂ ਹੀ ਉਹਨਾਂ ਨੇ ਇਹ ਜੀਵਨ ਚੁਣ ਲਿਆ ਸੀ, ਜਿਹਦੇ ਵਿੱਚ ਉਹ ਫਿਰ ਅੱਗੇ ਜਾ ਕੇ ਟ੍ਰੇਡ ਯੂਨੀਅਨਾਂ ਦੇ ਹੈੱਡ ਬਣੇ। ਅਧਿਆਪਕ ਸਨ ਇੱਕ ਤਰੀਕੇ ਨਾਲ, ਟ੍ਰੇਡ ਯੂਨੀਅਨ ਨੂੰ ਖੜੇ ਕਰਨ ਵਾਲੇ। ਤੇ ਪੰਜਾਬ ਦੇ ਹੈੱਡ ਸਨ ਆਪਣੇ AITUC ਦੇ। ਪਿੱਛੋਂ ਉਹਨਾਂ ਦੇ ਦੋਨਾਂ ਪਰਿਵਾਰਾਂ ਦੇ ਦਾਦਕੇ ਮੇਰੇ ਜਿਹੜੇ ਨੇ ਉਹ ਸਨਾਤਨੀ ਹਿੰਦੂ ਸਨ ਤੇ ਨਾਨਕਾ ਪਰਿਵਾਰ ਹੈ ਉਹ ਆਰਯ ਸਮਾਜੀ ਹਿੰਦੂ ਸਨ। ਤੇ ਉਹ ਸਾਰੇ ਤਜਰਬੇ ਮੇਰੇ ਕੋਲ ਨੇ। ਕਿਹੜਾ ਇਲਾਕਾ ਕਿਹੜਾ ਸੀ ਤੁਹਾਡਾ? ਇਹ ਸਾਡਾ ਸਾਰਾ ਇਲਾਕਾ ਦੁਆਬੇ ਦਾ ਬਣਦਾ। ਹਾਂਜੀ। ਤੇ ਨਾਨਕੇ ਮੇਰੇ ਪ੍ਰਦੇਸ਼ ਚਲੇ ਗਏ, ਜ਼ਿਆਦਾਤਰ ਕੇਨੀਆ ਹੀ ਨੇ। ਕੇਨੀਆ ਤੋਂ ਅੱਗੇ ਫੈਲਦੇ ਗਏ ਤੇ ਫਗਵਾੜੇ ਦੇ ਨੇੜੇ ਸਾਡਾ ਦਾਦਕਾ ਪਿੰਡ ਹੈ। ਅੱਛਾ ਪੂਨਮ ਜੀ, ਮੈਂ ਕਿਤੇ ਮੇਰੀ ਜਾਣਕਾਰੀ ਦੇ ਵਿੱਚ ਸ਼ਾਮਲ ਆ ਕਿ ਕਾਲਜ ਦੀ ਪੜ੍ਹਾਈ ਦੇ ਦਰਮਿਆਨ ਤੁਸੀਂ ਰੰਗਮੰਚ ਦੇ ਨਾਲ ਵੀ ਜੁੜੇ ਰਹੇ, NSD ਵੀ ਕਰਨ ਗਏ। ਉਹ ਥੋੜੇ ਤਜਰਬੇ ਸਾਡੇ ਨਾਲ ਸਾਂਝੇ ਕਰੋ। ਮੇਰੇ ਫਾਦਰ ਜੋ ਨੇ ਤੁਸੀਂ ਜਾਣਦੇ ਹੋ, ਉਹ ਸ਼ਾਇਰ ਸਨ। ਉਰਦੂ ਤੇ ਹਿੰਦੀ 'ਚ, ਪੰਜਾਬੀ 'ਚ, ਤਿੰਨਾਂ ਜ਼ਬਾਨਾਂ 'ਚ ਲਿਖਦੇ ਸੀ। ਤੇ ਮਾਂ ਮੇਰੀ ਜੋ ਹੈ ਉਹ ਕਲਾਸੀਕਲ ਸੰਗੀਤ ਦੀ ਬਹੁਤ ਜਾਣੂ ਸੀਗੀ ਤੇ ਉਹਨਾਂ ਨੂੰ ਸ਼ੌਕ ਵੀ ਸੀਗਾ। ਤੇ ਉਹ ਲੰਡਨ ਤੋਂ ਹੀ
ਮਤਲਬ ਕਲਚਰਲ ਐਕਟੀਵਿਟੀਜ਼ 'ਚ ਹਿੱਸਾ ਲੈਂਦੇ ਆਏ ਸਨ। ਤੇ ਮੈਂ ਸਮਝ ਲਓ ਕਿ ਆਪਣੀ ਉਮਰ ਦੇ ਪਹਿਲੇ ਸਾਲ ਤੋਂ ਹੀ ਰੰਗਮੰਚ ਨਾਲ ਜੁੜ ਗਈ। ਜੋਗਿੰਦਰ ਬਾਰਲਾ ਦੇ ਨਾਲ 2-4 ਵਾਰ ਕਈ ਨਾਟਕ ਕੀਤੇ। ਉਸ ਤੋਂ ਬਾਅਦ ਮੈਂ ਕਾਲਜ ਟਾਈਮ ਦੇ ਵਿੱਚ ਹੀ ਨਾਟਕ ਕਰਨਾ ਸ਼ੁਰੂ ਕੀਤਾ ਚੰਡੀਗੜ੍ਹ ਦੇ ਵਿੱਚ। ਤੇ ਫਿਰ BA ਤੋਂ ਬਾਅਦ 1 ਸਾਲ ਪੜ੍ਹਾਈ ਕੀਤੀ ਖਾਸ। ਜਦੋਂ ਮੇਰੀ ਸ਼ਾਦੀ ਵੀ ਹੋ ਚੁੱਕੀ ਸੀ, ਪੰਜਾਬ ਯੂਨੀਵਰਸਿਟੀ 'ਚ ਡਰਾਮੇ ਦੀ ਪੜ੍ਹਾਈ ਕੀਤੀ। ਫਿਰ ਚਲਦਿਆਂ ਹੋਰ 3-4 ਸਾਲਾਂ ਤੋਂ ਬਾਅਦ ਮੈਨੂੰ ਲੱਗਾ ਕਿ ਮੈਂ NSD ਵਾਸਤੇ ਅਪਲਾਈ ਕਰਾਂ ਤੇ ਮੈਨੂੰ ਐਡਮਿਸ਼ਨ ਮਿਲ ਗਈ 1980 ਦੇ ਬੈਚ ਵਿੱਚ। ਤੇ 6 ਮਹੀਨੇ ਮੈਂ ਉੱਥੇ ਪੜ੍ਹ ਸਕੀ। ਤੇ ਜਿਸ ਤੋਂ ਬਾਅਦ ਪ੍ਰੀਤ ਲੜੀ ਨੂੰ ਮੇਰੀ ਲੋੜ ਪੈ ਗਈ ਸਮਝ ਲਓ, ਤੇ ਮੈਨੂੰ ਉੱਥੋਂ ਛੱਡਣਾ ਪਿਆ। ਜਿਹੜਾ ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਪਰਿਵਾਰ ਨਾਲ ਕਿਸ ਤਰ੍ਹਾਂ ਜੁੜੇ ਤੁਸੀਂ? ਇਹ ਵੀ ਸਾਡੇ ਜੋ ਮਾਪੇ ਨੇ ਇਹ ਰਲ ਕੇ ਕੰਮ ਕਰਦੇ ਸਨ, ਤੇ ਇਹ ਆਪਸ ਚੰਗੇ ਵਾਕਫ ਸਨ। ਨਵਤੇਜ ਸਿੰਘ ਹੋਰਾਂ ਦਾ ਸਾਡੇ ਘਰ ਆਣਾ ਜਾਣਾ ਹੁੰਦਾ ਸੀਗਾ। ਉਹ ਫਿਰ ਕਿਸੇ ਵੇਲੇ ਜਦੋਂ ਉਹਨਾਂ ਦੇ ਜੋ ਬੇਟੇ ਸੁਮੀਤ ਨੇ ਸਨ ਤੇ ਉਹ ਚੰਡੀਗੜ੍ਹ ਪੜ੍ਹਨ ਆਏ, ਤੇ ਗਾਰਡੀਅਨ ਕੋਈ ਦੱਸਣਾ ਹੁੰਦਾ ਵੀ ਇਸ ਸ਼ਹਿਰ 'ਚ ਗਾਰਡੀਅਨ ਤੁਹਾਡਾ ਕੌਣ ਹੈ, ਤੇ ਉਹ ਮੇਰੀ ਮਾਂ ਦਾ ਨਾਮ ਉਹਨਾਂ ਨੇ ਲਿਖਾਇਆ ਸੀ। ਤੇ ਉਸ ਸਿਲਸਿਲੇ 'ਚ ਸੁਮੀਤ ਸਾਡੇ ਘਰ ਵੀ ਆਏ। ਜਦੋਂ ਕਿ ਵਾਕਫੀ ਹੋਈ ਤੇ ਉਦੋਂ ਮੈਂ ਮਤਲਬ ਸਕੂਲ ਹਾਲੇ ਖਤਮ ਹੀ ਕੀਤਾ ਸੀਗਾ ਸਮਝ ਲਓ। ਤੇ ਜਦੋਂ ਦੀ ਵਾਕਫੀ ਹੋਈ ਸਮੱਸਿਆ ਖੜੀ ਹੋ ਗਈ। ਹਾਂਜੀ। ਸੁਮੀਤ ਨੇ ਹੀ ਸਗੋਂ ਮੈਨੂੰ ਐਨਕਰੇਜ ਕੀਤਾ ਤੇ ਕਿਹਾ ਵੀ ਤੂੰ ਪੰਜਾਬੀ ਸਬਜੈਕਟ ਲੈ ਲੈ। ਤੇ ਸੋ ਮੈਂ ਉਹਨਾਂ ਸਮਿਆਂ ਜਦੋਂ ਹਾਲੇ ਪੰਜਾਬੀ ਕੋਈ ਮਤਲਬ ਪੜ੍ਹਦੇ ਨਹੀਂ ਸੀਗੇ ਕਾਲਜ ਦੇ ਵਿੱਚ, ਕੋਈ ਇਸ ਤਰ੍ਹਾਂ ਨਹੀਂ ਸੀ ਵੀ ਲਾਜ਼ਮੀ ਸਬਜੈਕਟ ਹੈ ਵਗੈਰਾ। ਤੇ ਉਸ ਵੇਲੇ ਮੈਂ ਬੜੇ ਸ਼ੌਕ ਨਾਲ ਫਿਰ ਪੰਜਾਬੀ ਪੜ੍ਹੀ ਸੀ। ਸਿਰਫ 3-4 ਕੁੜੀਆਂ ਹੀ ਹੁੰਦੀਆਂ ਸੀਗੀਆਂ ਗਵਰਨਮੈਂਟ ਕਾਲਜ ਸੈਕਟਰ 11 'ਚ। ਤੇ ਮੈਂ ਕਾਲਜ ਮੈਗਜ਼ੀਨ ਦੀ ਐਡੀਟਰ 2 ਸਾਲ ਰਹੀ, ਪੰਜਾਬੀ ਸੈਕਸ਼ਨ ਦੀ। ਪੰਜਾਬੀ ਸੈਕਸ਼ਨ ਦੀ, ਠੀਕ। ਵਿਆਹ ਜਿਹੜਾ ਉਹ ਕਿਹੜੀ ਸੰਨ 'ਚ ਹੋਇਆ? ਸ਼ਾਦੀ ਹੋਈ 1977 'ਚ। 77 'ਚ। ਜਦੋਂ ਤੁਸੀਂ ਪ੍ਰੀਤਨਗਰ ਆਏ, ਸੁਭਾਵਿਕ ਆ ਕਿ ਫਿਰ ਤੁਸੀਂ ਹੋਰ ਖੁੱਭ ਗਏ ਆਪਣਾ ਪੰਜਾਬੀ ਦੇ ਨਾਲ, ਪੰਜਾਬੀ ਮਾਹੌਲ ਉੱਥੇ। ਉਦੋਂ ਜਿਹੜਾ ਪ੍ਰੀਤਨਗਰ ਦਾ ਮਾਹੌਲ ਸੀ ਉਹ ਕਿਸ ਤਰ੍ਹਾਂ ਦਾ ਮਾਹੌਲ ਸੀ ਉੱਥੇ? ਪ੍ਰੀਤਨਗਰ ਦਾ ਮੈਂ ਸ਼ਾਦੀ ਤੋਂ ਪਹਿਲਾਂ ਵੀ 1-2 ਚੱਕਰ ਲਗਾਏ। ਬਹੁਤ ਹੀ ਵੱਖਰਾ ਮਾਹੌਲ ਸੀ, ਜਿਸ ਦੀ ਮੈਂ ਆਦੀ ਸੀ ਉਸ ਨਾਲੋਂ ਬਹੁਤ ਵੱਖਰਾ ਮਾਹੌਲ ਸੀਗਾ। ਕਿਉਂਕਿ ਮੈਂ ਸਿਰਫ ਨਵਤੇਜ ਸਿੰਘ ਹੋਰਾਂ ਨੂੰ ਹੀ ਮਿਲੀ ਸੀ, ਉਦੋਂ ਤੱਕ ਜਾਣਦੀ ਸੀਗੀ। ਤੇ ਪ੍ਰੀਤਨਗਰ ਦੇ ਵਿੱਚ ਹਾਲੇ ਮਤਲਬ ਬੜੇ ਜ਼ਮਾਨੇ ਇਕੱਠੇ ਰਹਿ ਰਹੇ ਸਨ। ਮੈਂ ਬਹੁਤ ਖੁੱਲੇ ਮਾਹੌਲ 'ਚ ਪਲੀ ਸੀ। ਮੇਰੇ ਪਿਤਾ ਜੀ ਵੀ ਮਤਲਬ ਪ੍ਰੀਤ ਲੜੀ ਪੜ੍ਹਦੇ ਰਹੇ ਸਨ, ਤੇ ਉੱਥੋਂ ਕਈ ਕੁਝ ਸਿੱਖਿਆ ਵੀ, ਤੇ ਮੇਰੀ ਮਾਂ ਨੇ ਵੀ ਬਾਹਰਲੀ ਦੁਨੀਆ ਦੇਖੀ ਸੀ। ਸੋ ਅਸੀਂ ਬੜੇ ਖੁੱਲੇ ਮਾਹੌਲ 'ਚ ਪਲੇ ਸੀ, ਤੇ ਇਹੀ ਆਸ ਸੀ ਕਿ ਸਾਡੇ ਉੱਤੇ ਕੋਈ ਰੋਕ ਹੋ ਹੀ ਨਹੀਂ ਸਕਦੀ, ਨਾ ਸਾਨੂੰ ਕੋਈ ਕੁਝ ਕਹਿ ਸਕਦਾ ਹੈ, ਤੇ ਇਹ ਆਪਣੇ ਦਿਲ ਦੀ ਗੱਲ ਪੂਰੀ ਕਰ ਸਕਦੇ ਹਾਂ। ਜਦੋਂ ਸਾਰੀ ਜ਼ਿੰਮੇਵਾਰੀ ਤੁਹਾਡੇ ਤੇ ਆ ਕੇ ਪੈ ਗਈ, ਉਦੋਂ ਉਹ ਸਮਿਆਂ ਦੇ ਵਿੱਚ ਜਦੋਂ ਕਿ ਫਿਰ ਇੱਕਦਮ ਇੰਨਾ ਵੱਡਾ ਹਮਲਾ ਹੋਣਾ, ਘਰ ਦਾ ਜੀ ਜ਼ਿੰਮੇਵਾਰ ਬੰਦਾ ਚਲੇ ਜਾਣਾ, ਤੇ ਪ੍ਰੀਤ ਲੜੀ ਫਿਰ ਵੀ ਲਗਾਤਾਰ ਜਾਰੀ ਰਿਹਾ। ਉਹਨਾਂ ਦਿਨਾਂ ਬਾਰੇ ਤੁਸੀਂ ਗੱਲ ਕਰੋ ਕਿ ਕਿੱਦਾਂ ਨਿਕਲੇ, ਫਿਰ ਕਿੱਦਾਂ ਮੈਨੇਜ ਹੋਇਆ ਸਾਰਾ ਕੁਝ? ਇਸ ਤਰ੍ਹਾਂ ਹੈਗਾ ਕਿ ਉਹ 2 ਮਹੀਨੇ ਅਸੀਂ ਨਹੀਂ ਪਰਚਾ ਕੱਢ ਸਕੇ। ਉਸ ਤੋਂ ਇੱਕ ਪਰਚਾ ਛਪਿਆ ਪਿਆ ਸੀਗਾ ਦਸੰਬਰ ਦਾ, ਤੇ ਉਹ ਅਸੀਂ ਨਹੀਂ ਕੱਢ ਸਕੇ। ਜਨਵਰੀ ਸਮੀਤ ਦੇ ਹੁੰਦਿਆਂ ਹੀ ਨਹੀਂ ਸੀ ਕੱਢ ਸਕੇ 1-2 ਮਹੀਨੇ ਪਰਚੇ। ਤੇ ਇਸ ਚੀਜ਼ ਦੇ ਹੋਣ ਤੋਂ ਬਾਅਦ ਫਿਰ ਅਸੀਂ 1 ਮਹੀਨੇ ਬਾਅਦ ਜੋ ਲੋਕ ਆਏ ਉਹਨਾਂ ਨੂੰ ਮੈਂ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਪਰਚਾ ਚੱਲਦਾ ਰੱਖਣਾ ਹੈ। ਤੇ ਇੱਕ ਮੇਰੇ ਰਿਸ਼ਤੇਦਾਰ ਆਏ ਸਨ, ਉਹ ਰੇਲਵੇ ਟ੍ਰੇਡ ਯੂਨੀਅਨ ਸੀ। ਤੁਸੀਂ ਆਪਣੀ ਯੂਨੀਅਨ ਤੋਂ ਨਾ ਸਾਨੂੰ ਚੰਦਾ ਇਕੱਠਾ ਕਰਕੇ ਭੇਜੋ, ਅਸੀਂ ਕਾਗਜ਼ ਖਰੀਦਣਾ ਹੈ, ਪਰਚਾ ਕੱਢਣਾ। ਸੋ ਦਿਮਾਗ 'ਚ ਸੀਗਾ ਵੀ ਇੱਕ ਪਰਚਾ ਤੇ ਸੁਮੀਤ ਦੇ ਨਾਂ ਦਾ ਕੱਢਣਾ ਹੈ, ਅਸੀਂ ਨਾਂ ਤੇ ਕੱਢਣਾ ਹੈ। ਕੁਝ ਸਾਡੇ ਉੱਤੇ ਕਰਜ਼ੇ ਸਨ, ਪਰਚਾ ਕੱਢਦਿਆਂ ਤੁਸੀਂ ਸਮਝ ਸਕਦੇ ਹੋ ਕਿ ਬਣੇ ਹੋਏ, ਤੇ ਹਾਲਾਤ ਇਹੋ ਜਿਹੇ ਸਨ। ਤੇ ਉਹ ਮੇਰੇ ਦਿਮਾਗ ਤੇ ਸੀ ਕਿ ਉਹ ਲਾਣੇ ਨੇ, ਇਸ ਤਰ੍ਹਾਂ ਦੀਆਂ ਵੀ ਗੱਲਾਂ ਸਨ। ਬਾਕੀ ਮੈਂ ਨਵਤੇਜ ਸਿੰਘ ਹੋਰੀ, ਪ੍ਰੀਤ ਸੁਮੀਤ ਹੋਰੀ, ਇਹਨਾਂ ਦੇ ਮਨ 'ਚ ਜਜ਼ਬਾ ਇੰਨਾ ਜ਼ਿਆਦਾ ਸੀ ਪਰਚਾ ਕੱਢਣ ਦਾ, ਤੇ ਜਿਹਦੇ ਕਰਕੇ ਹੀ ਮੈਨੂੰ ਨਾਟਕ ਤੋਂ ਵੀ ਮਤਲਬ ਮੈਂ ਦੁਨੀਆ ਤੋਂ ਇੱਧਰ ਆਈ ਸੀ। ਕਿ ਉਹ ਵੀ ਇੱਕ ਕਹਾਣੀ ਹੈ ਕਿ ਮੈਂ ਕਿਹਾ ਕਿ ਨਵਤੇਜ ਸਿੰਘ ਹੋਰਾਂ ਨੂੰ ਕੈਂਸਰ ਹੋ ਗਿਆ ਸੀ, ਕਿ ਮੈਂ ਸੁਮੀਤ ਨੂੰ ਕਿਹਾ ਕਿ ਦੇਖੋ ਇਹ ਕੈਂਸਰ ਹੈ ਤੇ ਮੈਨੂੰ ਤੁਸੀਂ ਪੜ੍ਹਾਈ ਆਪਾਂ ਛੱਡ ਰਹੇ ਹਾਂ, ਇਸ ਲਾਈਨ 'ਚ ਕੋਈ ਕੰਮ ਕਰ ਸਕਦੀ ਹਾਂ ਮੈਂ ਅੱਗੇ, ਤੇ ਇਹ ਕਿਸ ਤਰ੍ਹਾਂ ਮਤਲਬ ਪਤਾ ਨਹੀਂ ਪਰਚਾ ਚੱਲੇ ਕਿਸ ਤਰ੍ਹਾਂ ਹੋਏਗਾ ਗਾਂ। ਤੇ ਉਹ ਉਹਨਾਂ ਨੂੰ ਇੰਨਾ ਧੱਕਾ ਲੱਗਾ ਕਿ ਉਹਨਾਂ ਨੇ ਆਪਣੇ ਫਾਦਰ ਨੂੰ ਹੀ ਜਾ ਕੇ ਇਹ ਗੱਲ ਦੱਸ ਦਿੱਤੀ, ਤੇ ਅੱਗੋਂ ਉਹ ਆਪਣੀ ਬਿਮਾਰੀ ਦੀ ਹਾਲਤ 'ਚ ਨੇ, ਪਰ ਉਹਨਾਂ ਨੇ ਤੂੰ ਤੇ ਸੋਚਦੀ ਹੈ ਕਿ ਪਰਚਾ ਬੰਦ ਹੋ ਜਾਏਗਾ। ਸੋ ਇਸ ਤਰ੍ਹਾਂ ਦੀ ਗੱਲ ਉਹਨਾਂ ਦੇ ਮੂੰਹੋਂ ਨਿਕਲੀ।
ਸੋ ਮੇਰੇ ਤੇ ਬੜਾ ਅਸਰ ਹੋਇਆ। ਸੋ ਇਹ ਜਜ਼ਬਾ ਸੀ ਜਿਹਦੇ ਵਿੱਚ ਮੈਂ ਕਿਹਾ ਕਿ ਨਹੀਂ, ਅਸੀਂ ਪਰਚਾ ਚੱਲਦਾ ਹੀ ਰੱਖਣਾ। ਫਿਰ ਇਹ ਹੈ ਕਿ ਹਾਲਾਤ ਹੀ ਬਣ ਜਾਂਦੇ ਤੇ ਅਲੱਗ ਗੱਲ ਸੀ। ਪਰ ਜਿਵੇਂ ਮੈਂ ਦੱਸਿਆ ਵੀ ਸਭ ਤੋਂ ਛੋਟੇ ਜੋ ਰਤੀਕਾਂਤ ਹੈ, ਉਹਨਾਂ ਦੇ ਮਨ 'ਚ ਵੀ ਫਿਰ ਇਹ ਆਇਆ ਕਿ ਨਹੀਂ ਜੀ ਚੱਲਣਾ, ਵੀ ਮੈਂ ਫਿਰ ਨਾਲ ਖਲੋਵਾਂਗਾ ਤੇ ਅਸੀਂ ਪੂਰੀ ਬਾਹ ਫਿਰ ਲਾਵਾਂਗੇ। ਤੇ ਉਹ ਸਪੋਰਟਸ ਦੀ ਦੁਨੀਆ ਤੋਂ ਆਏ ਸੀ, ਮਤਲਬ ਖਿਡਾਰੀ ਸੀ, ਤੇ ਉਹਨਾਂ ਨੇ ਇੱਕ ਗੋਲ ਵਾਂਗ ਲੈ ਲਿਆ ਕਿ ਜਿੱਦਾਂ ਖੇਡਣਾ ਹੁੰਦਾ। ਇਹ ਜਦੋਂ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਵੇਲੇ ਮਤਲਬ ਜਿੱਦਾਂ ਅੱਜ ਕਿਸੇ ਨੂੰ ਚੌਥੀ ਪੀੜ੍ਹੀ ਨੂੰ ਵੀ ਪੁੱਛ ਲਈਏ ਤੇ ਉਹ ਕਹਿ ਦਿੰਦੇ ਵੀ ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਅਸੀਂ ਪੜ੍ਹਦੇ ਰਹੇ, ਮੈਂ ਖੁਦ ਪੜ੍ਹਦਾ ਰਿਹਾ। ਤੇ ਉਦੋਂ ਪੇਪਰ ਦੀ ਜਿਹੜੀ ਗਿਣਤੀ ਸੀਗੀ ਮਤਲਬ ਕਿੰਨੀ ਕੁ ਸੀਗੀ? ਮਤਲਬ ਇਸ ਤਰ੍ਹਾਂ ਹੈਗਾ ਕਿ ਤੁਸੀਂ ਜਾਣਦੇ ਹੋ ਕਿ ਪਰਚੇ ਹੋਰ ਹੈ ਨਹੀਂ ਸਨ, ਪਹਿਲੀ ਗੱਲ ਹੈ। ਤੇ ਬਹੁਤ ਨਵੇਂ ਵਿਚਾਰ ਸੀਗੇ, ਨਵੇਂ ਮਤਲਬ ਮਾਡਰਨ ਦੁਨੀਆ ਨਾਲ ਹੀ ਇੱਕ ਵਾਕਫੀ ਸੀਗੀ, ਪੂਰੀ ਖਿੜਕੀ ਖੋਲਦਾ ਸੀ ਤੇ ਨਾ ਟੀਵੀ ਸੀ ਇਸ ਤਰ੍ਹਾਂ ਦੀਆਂ। ਸੋ ਉਸ ਵੇਲੇ ਇਹ 25-26 ਹਜ਼ਾਰ ਤੱਕ ਅਸੀਂ ਸੁਣਦੇ ਹਾਂ, ਜੋ ਗੁਰਬਖਸ਼ ਸਿੰਘ ਹੋਰਾਂ ਦੇ ਹੁੰਦਿਆਂ ਹੀ ਬਹੁਤ ਘਟ ਹੀ ਗਿਆ ਸੀ, ਕਿਉਂਕਿ ਲੈਫਟ ਮੂਵਮੈਂਟ ਦੇ ਵਿੱਚ ਇੱਕ ਪਾੜ ਪੈ ਗਏ। ਫਿਰ ਹੈਗਾ ਕਿ ਅਲਟਰਾ ਨੈਕਸਲਾਈਟ ਕਿਸਮ ਦੇ ਲੋਕ ਅੱਗੇ ਆਏ। ਉਹ ਸਾਰੀ ਚੀਜ਼ ਨੇ ਅਗਲੀਆਂ ਪੀੜ੍ਹੀਆਂ ਤੋਂ ਇਹ ਚੀਜ਼ਾਂ ਨੂੰ ਸਮਝਾਇਆ ਜਾਣ ਲੱਗਾ ਕਿ ਤੇ ਮੋਡਰੇਟ ਨੇ, ਇਨਕਲਾਬੀ ਇੰਨੇ ਨਹੀਂ ਜਿੰਨੇ ਹੋਣੇ ਚਾਹੀਦੇ ਨੇ। ਸੋ ਤੋੜਿਆ ਗਿਆ। ਸੋ ਗੁਰਬਖਸ਼ ਸਿੰਘ ਹੋਰਾਂ ਦੇ ਜਿਉਂਦੇ ਜੀ ਮਤਲਬ ਕਿ 14,000 ਦੀ ਗਿਣਤੀ ਹੋ ਗਈ। ਇਸ ਤਰ੍ਹਾਂ ਫਿਰ ਪਰਚਾ ਮਾਇਕ ਤੌਰ ਤੇ ਔਖਾ ਹੋਣ ਲੱਗਾ। ਫਿਰ ਬਾਹਰ ਜਿਹਨਾਂ ਨੂੰ ਭੇਜਦੇ ਸੀਗੇ ਉਹਨਾਂ ਨੂੰ ਕਿਹਾ ਵੀ ਤੁਸੀਂ ਜੋ ਲਾਈਫ ਮੈਂਬਰ ਸਨ, ਲੋਕੀ ਲਾਈਫ ਮੈਂਬਰ ਬਣੇ ਹੋਏ ਸਨ ਬਾਹਰ ਵੀ, ਦੇਸ਼ 'ਚ ਵੀ। ਅਜੇ ਤੱਕ ਉਹ ਲੋਕ ਮਤਲਬ ਜਿਉਂਦੇ ਨੇ, ਸਾਡੇ ਨਾਲ ਲਗਾਤਾਰ ਰਾਬਤਾ ਉਹਨਾਂ ਦਾ ਕਾਇਮ ਹੈ ਤੇ ਬੜੇ ਜ਼ਿੰਦਾ ਦਿਲ ਲੋਕ ਨੇ। ਨਹੀਂ ਪੂਨਮ ਜੀ ਦੇਖੋ, ਇਹਦੇ ਵਿੱਚ ਤੇ ਕੋਈ ਸ਼ੱਕ ਨਹੀਂ ਹੈਗਾ, ਨਾ ਹੀ ਕੋਈ ਦੋ ਰਾਵਾਂ ਕਿ ਗੁਰਬਖਸ਼ ਸਿੰਘ ਪ੍ਰੀਤਲੜੀ ਹੋਰਾਂ ਨੇ ਪੰਜਾਬੀ ਪੜ੍ਹਨ ਹੀ ਲਾ ਦਿੱਤੀ ਲੋਕਾਂ ਨੂੰ। ਪੰਜਾਬੀ ਸਾਹਿਤ ਕੀ ਆ, ਕਲਚਰ ਕੀ ਆ, ਨਜ਼ਰੀਆ ਕੀ ਆ, ਲਾਈਫ ਪ੍ਰਤੀ ਦ੍ਰਿਸ਼ਟੀਕੋਣ ਕਿੱਦਾਂ ਦਾ ਹੋਣਾ ਚਾਹੀਦਾ, ਪਿਆਰ ਮੁਹੱਬਤ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਉਦੋਂ ਦੀ ਪ੍ਰੀਤਲੜੀ ਤੇ ਅੱਜ ਮਤਲਬ 88 ਸਾਲ ਹੋ ਗਏ ਲਗਾਤਾਰ ਨਿਕਲਦਿਆਂ ਨੂੰ, ਤੁਸੀਂ ਮਤਲਬ ਪ੍ਰੀਤਲੜੀ ਨੂੰ ਉਦੋਂ ਨਹੀਂ ਤੇ ਹੁਣ ਨੂੰ ਕਿੱਥੇ ਰੱਖ ਕੇ ਦੇਖਦੇ ਹੋ? ਮੈਂ ਇਸ ਤਰ੍ਹਾਂ ਦੇਖਦੀ ਹਾਂ ਕਿ ਇਹ ਉਹੀ ਮੰਚ ਹੈ, ਉਹੀ ਕਦਰਾਂ ਕੀਮਤਾਂ ਨੇ ਤੇ ਨਵੀਆਂ ਚੀਜ਼ਾਂ ਨੂੰ, ਜਿਵੇਂ ਫੋਰ ਐਗਜ਼ਾਮਪਲ ਤੁਸੀਂ ਦੇਖੋ ਕਿ ਐਲਕੋਹਲਿਕ ਐਨੋਨਿਮਸ ਨਾਂ ਦੀ ਇੱਕ ਸੰਸਥਾ ਹੈ, ਦੁਨੀਆ 'ਚ ਮਸ਼ਹੂਰ ਹੈ, ਜੋ ਸ਼ਰਾਬ ਨਸ਼ੇ ਛੱਡਣ ਬਾਰੇ, ਉਹਦੇ ਬਾਰੇ ਗੱਲਬਾਤ, ਉਹਨਾਂ ਦੇ ਨੇੜੇ ਜਾ ਕੇ ਉਹ ਸਾਰੀ ਜਾਣਕਾਰੀ। ਇਸ ਤਰ੍ਹਾਂ ਜਦੋਂ ਦਲਿਤ ਮਸਲੇ ਆਉਂਦੇ ਨੇ ਜਾਂ ਤਰਕਸ਼ੀਲ ਆਏ, ਉਹਨਾਂ ਸਾਰਿਆਂ ਨੂੰ ਪਤਾ ਸੀ ਕਿ ਅਸੀਂ ਹੈਗੇ ਹਾਂ ਤੇ ਇਹ ਮੰਚ ਸਾਡੇ ਕੋਲ ਮੌਜੂਦ ਹੈ। ਤੇ ਔਰਤਾਂ ਦੇ ਮਸਲੇ ਹੋਣ, ਮਨੋਵਿਗਿਆਨ ਦੇ ਮਸਲੇ ਹੋਣ, ਜਿਹੜੀ ਗੱਲ ਹਾਲੇ ਕੋਈ ਹੋਰ ਨਾ ਬਰਦਾਸ਼ਤ ਕਰ ਰਿਹਾ ਹੋਵੇ, ਕਈ ਵਾਰੀ ਅਸੀਂ ਉਹਨੂੰ ਪਹਿਲੀ ਥਾਂ ਦਿੰਦੇ। ਉਹਦੇ ਕਾਰਨ ਇਹ ਹੈ ਕਿ ਅਸੀਂ ਮਤਲਬ ਪ੍ਰੀਤਲੜੀ 'ਚ ਲਿਟਰੇਚਰ ਸਾਹਿਤ ਵਾਸਤੇ ਹੀ ਸਿਰਫ ਥਾਂ ਨਹੀਂ ਹੈ, ਇਹ ਸਮਾਜ ਨੂੰ ਅੱਗੇ ਵਧਾਉਣ ਲਈ, ਨਵੇਂ ਵਿਚਾਰਾਂ ਲਈ ਉਹ ਮੰਚ ਕਾਇਮ ਹੈ। ਮੈਨੂੰ ਯਾਦ ਹੈ ਕਿ ਮਤਲਬ ਰਮਾ ਰਤਨ ਉਹਨਾਂ ਨੇ ਜਦੋਂ ਟੈਰਰਿਜ਼ਮ ਦੇ ਟਾਈਮ 'ਚ ਹੀ ਕੁਝ ਸ਼ੁਰੂ ਕਰਨਾ ਸੀਗਾ, ਕੋਈ ਮੁਹਿੰਮ ਸੀ, ਤੇ ਉਹ ਕਹਿੰਦੇ ਅਸੀਂ ਇੱਥੋਂ ਹੀ ਸ਼ੁਰੂ ਕਰਾਂਗੇ ਪ੍ਰੀਤਨਗਰ ਤੋਂ। ਸੋ ਇਸ ਤਰ੍ਹਾਂ ਅਜੇ ਵੀ ਪਾਕਿਸਤਾਨ ਤੋਂ ਕਿਤੋਂ ਵੀ ਜੇ ਕਿਸੇ ਨੇ ਕੋਈ ਗੱਲ ਹੁੰਦੀ ਹੈ, ਕਹਿੰਦੇ ਨੇ ਕਿ ਇਹ ਪਰਚਾ ਹੈਗਾ, ਉਹਨਾਂ ਨੂੰ ਯਾਦ ਹੈ ਤੇ ਉੱਥੋਂ ਉਹ ਵੈਸੇ ਇੱਥੋਂ ਗੱਲ ਸ਼ੁਰੂ ਕਰ ਸਕਦੇ ਹਾਂ, ਇੱਥੋਂ ਅਸੀਂ ਆਪਣੀ ਭਾਲ ਕੋਈ ਸ਼ੁਰੂ ਕਰ ਸਕਦੇ ਹਾਂ। ਤੇ ਸੋ ਇਸ ਤਰ੍ਹਾਂ ਹੈ। ਬਾਕੀ ਇਹ ਹੈ ਕਿ ਬਹੁਤ ਤੁਸੀਂ ਜਾਣਦੇ ਹੋ, ਬਹੁਤ ਪਰਚੇ ਪੰਜਾਬ 'ਚ ਆ ਗਏ ਨੇ, ਆਪਾਂ ਉਹਨਾਂ ਦਾ ਪਿੱਛਾ ਵੀ ਨਹੀਂ ਕਰ ਸਕਦੇ। ਇਹ ਨਹੀਂ ਕਹਿ ਸਕਦੇ ਕਿ ਜੀ ਸਾਨੂੰ ਪਤਾ ਹੈ ਕਿਹੜੇ ਕਿਹੜੇ ਪਰਚੇ ਚੱਲ ਰਹੇ ਨੇ। ਪੜ੍ਹਨਾ ਤੇ ਮਤਲਬ ਅਲੱਗ ਗੱਲ ਹੋ ਜਾਂਦੀ ਹੈ, ਤੇ ਪ੍ਰੋਗਰਾਮ ਕਿੰਨੇ ਜ਼ਿਆਦਾ ਟੀਵੀ ਤੇ ਨੇ। ਇਹ ਨਾ ਪੂਨਮ ਜੀ ਦੇਖੋ, ਪੰਜਾਬੀ ਪਰਚੇ ਦੀ ਜਿਹੜੀ ਗੱਲ ਆ, ਮੇਰੇ ਜਿੰਨੀ ਕੁ ਮੇਰੀ ਉਮਰ ਆ, ਜਿੰਨਾ ਕੁ ਮੈਂ ਜਾਣਦਾ, ਇੰਨੀ ਲੰਬੀ ਦੇਰ ਵਾਸਤੇ ਪ੍ਰੀਤਲੜੀ ਤੋਂ ਇਲਾਵਾ ਕੋਈ ਪਰਚਾ ਨਹੀਂ ਹੈਗਾ। ਮੇਰੇ ਕਾਲ ਦੌਰਾਨ ਹੀ ਬਹੁਤ ਸਾਰੇ ਪਰਚੇ ਨਿਕਲੇ, ਬਹੁਤ ਸਾਰੇ ਬੰਦ ਹੋਏ, ਤੇ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਗੁਰਬਖਸ਼ ਸਿੰਘ ਪ੍ਰੀਤਲੜੀ ਹੋਣਾ ਨੇ ਜਦੋਂ ਇਹ ਮੈਗਜ਼ੀਨ ਸ਼ੁਰੂ ਕੀਤਾ ਹੋਊਗਾ, ਕਿੱਦਾਂ ਦੇ ਸੁਪਨੇ ਲਏ ਹੋਣਗੇ। ਉਹਦਾ ਬੇਸ ਵਿੱਚ, ਉਹਦੀਆਂ ਜੜ੍ਹਾਂ ਵਿੱਚ, ਮਤਲਬ ਪ੍ਰੀਤਲੜੀ ਦੀਆਂ ਜੜ੍ਹਾਂ ਵਿੱਚ ਬਹੁਤ ਕੁਛ ਅਜੇ ਤੱਕ ਪਿਆ ਵਾ,
ਜਿਹੜਾ ਤੁਸੀਂ ਲੈ ਕੇ ਚੱਲ ਰਹੇ ਆ? ਮੈਂ ਸੋਚਦੀ ਹਾਂ ਕਿ ਸਭ ਤੋਂ ਵੱਡੀ ਗੱਲ ਤੇ ਪ੍ਰੀਤ ਹੈ। ਹਾਂ ਪ੍ਰੀਤ ਜਿਹੜੀ ਹੈ ਮਤਲਬ ਸਮਾਜ ਵੱਲ, ਹਾਂਜੀ। ਫਿਰ ਉਹ ਜਿਹੜਾ ਜਜ਼ਬਾ ਜਿਸ ਨਾਲ ਗੁਰਬਖਸ਼ ਸਿੰਘ ਤੁਰੇ, ਉਹ ਇਹੀ ਸੀ ਕਿ ਮੈਂ ਦੁਨੀਆ ਨੂੰ ਆਪਣੇ ਦੇਸ਼ ਵਿੱਚ ਲੈ ਆਣਾ ਹੈ, ਆਪਣੇ ਲੋਕਾਂ ਨੂੰ ਦੇ ਕੋਲ ਲਿਆਣਾ ਹੈ। ਉਹ ਜਿਹੜੀ ਕੋਈ ਜਾਣਕਾਰੀ ਕਿਤੇ ਵੀ ਪਈ ਹੈਗੀ ਹੈ, ਜਿਹੜੀ ਉਹਨਾਂ ਲਈ ਮਤਲਬ ਉਹਨਾਂ ਨੂੰ ਬਣਾ ਸਕਦੀ, ਉਸਾਰ ਸਕਦੀ ਹੈ, ਉਹ ਮੈਂ ਤਰਜਮਾ ਕੇ ਕਿਸੇ ਵੀ ਤਰ੍ਹਾਂ ਲੈ ਕੇ ਆਣੀ ਹੈ। ਸੋ ਉਹ ਜਿਹੜਾ ਜਜ਼ਬਾ ਹੈ ਉਹ ਮੇਰੇ ਵਰਗੇ ਨੂੰ ਕੀਮਦਾ ਹੈ ਕਿ ਅਸੀਂ ਉਸ ਚੀਜ਼ ਨੂੰ ਕਾਇਮ ਰੱਖੀਏ। ਤੁਹਾਡੀ ਜਿਹੜੀ ਸੰਪਾਦਕੀ ਆ, ਮੈਂ ਮਤਲਬ ਪੜ੍ਹਦਾ, ਲਗਾਤਾਰ ਪੜ੍ਹਦਾ, ਉਹਦਾ ਤੁਸੀਂ ਖੁਦ ਹੀ ਦੱਸੋ ਕਿ ਤੁਹਾਡਾ ਕੀ ਏਜੰਡਾ ਹੈਗਾ, ਕਿਉਂਕਿ ਸੰਪਾਦਕ ਦੀ ਵਿਜ਼ਨ ਵਿੱਚ ਮਤਲਬ ਸਾਰਾ ਪੇਪਰ ਤੇ ਸਾਰਾ ਸਮਾਜ ਜਿਹੜਾ ਮੌਜੂਦਾ ਹੈਗਾ ਉਹ ਖੜਾ ਹੁੰਦਾ ਉੱਥੇ ਕਿਤੇ। ਤੁਹਾਡਾ ਏਜੰਡਾ ਕੀ ਹੈ? ਦੇਖੋ, ਮੈਂ ਇਸ ਨੂੰ ਖੁੱਲਾ ਰੱਖਿਆ ਹੋਇਆ ਹੈ। ਉਹਦੇ ਵਿੱਚੋਂ ਕੁਝ ਵੀ ਹੋ ਸਕਦਾ ਹੈ, ਯਾਨੀ ਕਿ ਆਰਥਿਕਤਾ ਵੀ ਹੋ ਸਕਦੀ ਹੈ, ਸਿਆਸਤ ਹੋ ਸਕਦੀ ਹੈ, ਕਲਚਰ ਹੋ ਸਕਦਾ ਹੈ, ਕੋਈ ਗੀਤ ਹੋ ਸਕਦਾ ਹੈ। ਹੁਣ ਐਤਕੀ ਜਿਵੇਂ ਨਵੇਂ ਸਾਲ ਦਾ ਇਸ਼ੂ ਨਿਕਲਣਾ ਹੈ, ਹਾਂਜੀ, ਨਵਾਂ ਜਨਵਰੀ ਦਾ, ਤੇ ਉਹਦੇ 'ਚ ਇਹ ਵਿਸ਼ਾ ਲਿਆ ਹੈ। ਕੁਦਰਤੀ ਆਪਣੇ ਆਪ ਹੀ ਆਲੇ ਦੁਆਲੇ 'ਚੋਂ ਆ ਜਾਂਦਾ ਹੈ ਕਿ ਖੁਸ਼ ਕਿਵੇਂ ਰਿਹਾ ਜਾ ਸਕਦਾ ਹੈ। ਇੱਕ ਬਜ਼ੁਰਗ ਆਦਮੀ ਨੇ ਮੈਨੂੰ ਪੁੱਛਿਆ, ਮੈਂ ਬੰਬੇ ਗਈ ਸੀ ਹੁਣੇ, ਮੁੰਬਈ, ਕਹਿੰਦੇ ਕਿ ਉਹ 86 ਸਾਲ ਦੇ ਨੇ, ਉਹ ਪ੍ਰੀਤ ਲੜੀ ਕਰਕੇ ਹੀ, ਪੜਨ ਕਰਕੇ ਹੀ, ਉਹ ਮੈਨੂੰ ਕਹਿੰਦੇ ਨੇ ਕਿ ਮੈਨੂੰ ਨਾ ਇਹ ਲੱਭ ਕੇ ਦੱਸੋ ਕਿ ਇਸ ਉਮਰ 'ਚ ਮੈਂ ਖੁਸ਼ ਕਿਵੇਂ ਰਹਾਂ। ਤੇ ਦੇਖੋ ਇਹ ਕਿੰਨਾ ਵੱਡਾ ਸਵਾਲ ਹੈ। ਤੇ ਉਹਨਾਂ ਦੇ ਸਬਬ ਵੀ ਮੈਨੂੰ ਕਿਸੇ ਨੇ ਇੱਕ ਚਾਰਟ ਭੇਜਿਆ ਸੀ, ਖੁਸ਼ ਰਹਿਣ ਦੇ ਨੁਸਖੇ। ਉਹਦੇ ਵਿੱਚ ਹੀ ਮੈਂ ਚੀਜ਼ਾਂ ਬਣਾਈਆਂ ਨੇ ਜਿਹਦੇ ਵਿੱਚ ਮਤਲਬ ਉਹਨੂੰ ਸਮਝਾਇਆ ਕਿ ਅਸੀਂ ਖੁਸ਼ ਕਿਵੇਂ ਰਹਿ ਸਕਦੇ। ਉਹਦੇ 'ਚ ਇੱਕ ਚੀਜ਼ ਹੈ ਛੋਟੀ ਜਿਹੀ, ਉਹਨਾਂ ਨੇ ਖਾਨਾ ਵੰਡੀ ਹੈ। ਇੱਕ ਇਹਨਾਂ ਨੇ ਕੀਤੀ ਹੈ, ਵਿਗਿਆਨੀਆਂ ਨੇ ਕੀਤੀ, ਮਨੋਵਿਗਿਆਨੀਆਂ ਨੇ, ਖੁਸ਼ੀ ਦਾ ਨੁਸਖਾ। ਤੇ ਇੱਕ ਨੁਸਖਾ ਹੈਗਾ ਛੋਟਾ ਜਿਹਾ ਕਿ ਤੁਸੀਂ ਕਿਸੇ ਨੂੰ ਕੰਪਲੀਮੈਂਟ ਦਿਓ, ਉਹਨੂੰ ਉਹਦੀ ਸ਼ਲਾਘਾ ਉਹਦੇ ਮੂੰਹ ਤੇ ਕਰੋਗੇ ਤਾਂ ਤੁਹਾਨੂੰ ਖੁਸ਼ੀ ਮਿਲਣੀ ਹੈ। ਇਹ ਸਿਰਫ ਇੱਕ ਚੀਜ਼ ਹੈ। ਤੇ ਇਸੇ ਤਰ੍ਹਾਂ ਮਤਲਬ ਵਿਗਿਆਨ ਦਾ ਆਸਰਾ ਲੈ ਕੇ ਕਿਸੇ ਕੋਈ ਕਿਤਾਬ ਪੜ੍ਹੀ ਹੋਵੇ, ਇਹੀ ਏਜੰਡਾ ਹੈ ਕਿ ਕੋਈ ਇਹੋ ਜਿਹੀ ਜਾਣਕਾਰੀ ਦਿੱਤੀ ਜਾਵੇ ਜਿਹਦੇ ਨਾਲ ਉਹ ਬੰਦਾ ਜੋ ਪੜ੍ਹ ਰਿਹਾ ਹੈ ਉਹ ਨਵੀਂ ਜਾਨ ਉਹਦੇ 'ਚ ਆਵੇ, ਉਹਦਾ ਦਿਮਾਗ ਖੁੱਲੇ, ਉਹਦੇ 'ਚ ਨਵੀਆਂ ਕੋਈ ਬਣਤਰਾਂ ਬਣਨ, ਤੇ ਉਹ ਜੋ ਜਿਸ ਹਾਲਤ 'ਚ ਵੀ ਹੈ ਉਸ ਤੋਂ ਅਗਲਾ ਕਦਮ ਪੁੱਟ ਸਕੇ। ਪ੍ਰੀਤ ਲੜੀ ਦੀ ਨੋਹ ਹੋਣ ਦਾ ਕਿਤੇ ਦਬਾ ਰਿਹਾ ਹੋਵੇ ਕੋਈ? ਨਵਤੇਜ ਸਿੰਘ ਹੋਰਾਂ ਨੇ ਨਾ, ਜਦੋਂ ਮੈਂ ਨਾਟਕ ਦੀ ਦੁਨੀਆ ਜਾਣ ਲਈ, ਮਤਲਬ ਮੈਨੂੰ ਲੱਗਿਆ ਮੇਰੀ ਪੜ੍ਹਾਈ ਜ਼ਰੂਰੀ ਹੈ, ਮੈਂ ਜ਼ਿੱਦ ਕਰ ਰਹੀ ਸੀ, ਤੇ ਉਹਨਾਂ ਨੇ ਮੈਨੂੰ ਹੌਲੀ ਜਿਹੀ ਕਿਹਾ ਤੂੰ ਲਿਖ ਵੀ ਸਕਦੀ ਹੈ, ਤੈਨੂੰ ਆਉਂਦਾ ਹੈ। ਤੇ ਮੈਂ ਡਾਇਰੀ ਵਗੈਰਾ ਲਿਖਦੀ ਸੀ ਜਾਂ ਕੁਝ ਲਿਖਦੀ ਸੀ, ਕਵਿਤਾ ਮਾੜੀ ਮੋਟੀ, ਤੇ ਮੈਂ ਕਿਹਾ ਤੇ ਕੋਈ ਗੱਲ ਹੀ ਨਹੀਂ ਹੈਗੀ, ਮਤਲਬ ਮੇਰਾ ਫੀਲਡ ਤੇ ਫਲਾਨਾ ਹੈ। ਅਕਸਰ ਨੌਜਵਾਨ ਇਸ ਚੀਜ਼ ਨੂੰ ਸਮਝਣਗੇ ਕਿ ਉਹਨਾਂ ਦੇ ਕਈ ਫੀਲਡ ਹੁੰਦੇ ਨੇ ਜੋ ਲਾਗੇ ਲਾਗੇ ਦੇ ਹੀ ਹੁੰਦੇ ਨੇ। ਐਨ ਉਹਨਾਂ ਨੇ ਕਿਹੜੀ ਚੀਜ਼ ਚੁਣਨੀ ਹੈ ਜੋ ਉਹਨਾਂ ਦੀ ਜ਼ਿੰਦਗੀ ਬਣ ਜਾਏਗੀ, ਉਹਦੇ ਵਾਸਤੇ ਕਮਿਟਮੈਂਟ ਕਰਨੀ ਇੰਨਾ ਸੌਖਾ ਨਹੀਂ ਹੁੰਦਾ। ਹੁਣ ਤੁਸੀਂ ਲਿਖਦੇ ਵੀ ਹੋ, ਤੁਸੀਂ ਨਾਟਕ ਵੀ ਕਰਦੇ ਹੋ, ਤੁਹਾਨੂੰ ਹੋਰ ਵੀ 2-4 ਚੀਜ਼ਾਂ ਦੇ ਗੁਣ ਨੇ, ਤੇ ਐਨ ਇੱਕ ਚੀਜ਼ ਤੇ ਫੋਕਸ। ਇਸੇ ਤਰ੍ਹਾਂ ਮੇਰੇ ਆਪਣੇ ਫਾਦਰ ਨੇ ਵੀ ਮੈਨੂੰ ਕਿਹਾ ਤੈਨੂੰ ਪਤਾ ਹੈ ਤੂੰ ਲਿਖ ਸਕਦੀ ਹੈ, ਤੇ ਮਤਲਬ ਇਹਨਾਂ ਲੋਕਾਂ ਨੇ ਮੈਨੂੰ ਕਹਿਣ ਦੀ ਕੋਸ਼ਿਸ਼ ਕੀਤੀ। ਮੈਂ ਕਹਿਣਾ ਚਾਹੁੰਦੀ ਹਾਂ, ਫਿਰ ਨਵਤੇਜ ਸਿੰਘ ਹੋਰਾਂ ਜਦੋਂ ਦਾ ਕੈਂਸਰ ਹੋਇਆ, ਫਿਰ ਉਹ ਬਾਹਰ ਚਲੇ ਗਏ, ਮਤਲਬ ਬੰਬੇ ਜਾ ਕੇ ਇਲਾਜ ਹੋ ਰਿਹਾ ਸੀ। ਪਿੱਛੋਂ ਇੱਕ ਪਰਚਾ ਮੈਂ ਇਕੱਲੀ ਨੇ ਕੱਢਿਆ, ਤੇ ਸੁਮੀਤ ਵੀ ਮੇਰੇ ਤੇ ਬਹੁਤ ਡਿਪੈਂਡ ਕਰਦੇ ਸੀਗੇ, ਤੇ ਉਹ ਬੜੇ ਖੁਸ਼ ਹੋਏ, ਤੇ ਉਹਨਾਂ ਦੀ ਇੱਕ ਸਤਰ ਉਹਨਾਂ ਨੇ ਚਿੱਠੀ ਲਿਖੀ ਕਿ ਤੂੰ ਸਾਡੀ ਟੀਮ ਦੀ ਬਕਾਇਦਾ ਮੈਂਬਰ ਹੋਈ। ਉਹ ਚੀਜ਼ ਜੋ ਹੈ ਮਤਲਬ ਦੱਸ ਸਕਦੀ ਹੈ ਤੁਹਾਨੂੰ। ਤੇ ਨੂੰ ਹੁੰਦਾ ਇਸ ਤਰ੍ਹਾਂ ਕਿ ਮੇਰੀ ਸੱਸ ਨੇ ਵੀ ਕਹਿਣਾ, ਘਰ ਦੇ ਵਿੱਚ ਇੱਕ ਮਾਹੌਲ ਸੀ ਪਰਚੇ ਦਾ, ਪਰਚਾ ਸਭ ਤੋਂ ਉੱਤੇ, ਬਾਕੀ ਚੀਜ਼ਾਂ ਤੁਸੀਂ ਫਿੱਟ ਕਰੀ ਜਾਓ ਆਪਣੀਆਂ ਜ਼ਿੰਦਗੀਆਂ। ਉਹਨੇ ਮੈਨੂੰ ਕਹਿਣਾ, ਮੇਰੀ ਸੱਸ ਨੇ, ਅੱਛਾ ਤੂੰ ਆਟਾ ਗੁੰਨ ਜਾ, ਜੇ ਮਤਲਬ ਘਰ 'ਚ ਮਦਦ ਵੀ ਹੁੰਦੀ ਸੀ, ਕਿਸੇ ਵੇਲੇ ਨਹੀਂ ਵੀ ਹੁੰਦੀ ਸੀ, ਆਟਾ ਗੁੰਨ ਜਾ ਤੇ ਇੰਨਾ ਕੁ ਮੇਰਾ ਕਰ ਜਾ, ਫਿਰ ਕਰ ਲੈ ਜੋ ਕਰਨਾ। ਸੋ ਮੇਰੇ ਵਾਸਤੇ ਇੱਕ ਪਰਚੇ ਲਈ ਇੱਕ ਛੁੱਟੀ ਹੁੰਦੀ ਸੀ। ਸੁਮੀਤ ਨੇ ਇੱਥੋਂ ਤੱਕ ਕਰਨਾ ਕਿ ਮੈਨੂੰ ਕੁਰਸੀ ਮੇਜ਼ ਡਾ ਦੇਣਾ, ਕਿਉਂਕਿ ਮੇਰਾ ਟਰਾਂਸਲੇਸ਼ਨ 'ਚ ਸੀਗਾ ਜਾਂ ਮੈਂ ਪ੍ਰੂਫ ਪੜ੍ਹਦੀ ਸੀ, ਤੂੰ ਇੱਥੇ ਬੈਠ ਕਰ, ਤੈਨੂੰ ਰੋਟੀ ਇੱਥੇ ਹੀ ਮਿਲ ਜਾਏਗੀ। ਸੋ ਮੈਂ ਦੱਸ ਰਹੀ ਹਾਂ ਵੀ ਇਹ ਇੱਕ ਮਾਹੌਲ, ਇੱਕ ਮਤਲਬ ਪੂਰੀ ਮੁਹਿੰਮ ਦੇ ਵਾਂਗ ਕੰਮ ਚੱਲਦਾ ਹੈ। ਫਿਰ ਸਾਰਾ ਘਰ ਤੇ ਸਾਰਾ ਆਲਾ ਦੁਆਲਾ ਉਹਦੇ ਵਾਸਤੇ ਕੰਮ ਕਰ ਰਿਹਾ। ਇਹ ਦੇਖੋ, ਪ੍ਰੀਤ ਨਗਰ ਤੇ ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਨਾਲ ਪ੍ਰੀਤ ਮਿਲਨੀਆਂ ਦਾ ਬਹੁਤ ਵੱਡਾ ਨਾਂ ਆ ਕਿ ਇੱਥੇ ਪ੍ਰੀਤ ਮਿਲਨੀਆਂ ਹੁੰਦੀਆਂ ਰਹੀਆਂ। ਬਹੁਤ ਵੱਡੇ ਲੇਖਕ ਬਲਰਾਜ ਸਾਹਨੀ ਹੋਣਾ ਤੋਂ ਲੈ ਕੇ, ਨੋਰਾ ਦੀਕਸ਼ਿਤ ਹੋਣਾ ਤੋਂ ਲੈ ਕੇ,
ਕਰਤਾਰ ਸਿੰਘ ਦੁੱਗਲ ਹੋਣਾ ਤੋਂ ਲੈ ਕੇ ਸ਼ਿਵ ਕੁਮਾਰ ਹੋਣਾ ਤੋਂ ਲੈ ਕੇ ਹਰ ਵੱਡਾ ਲੇਖਕ ਪ੍ਰੀਤਨਗਰ। ਪਿੱਛੇ ਜੇ ਇੱਕ ਸਿਰਜਣਾ ਦਾ ਪ੍ਰੋਗਰਾਮ ਉੱਥੇ ਹੈ ਡਾਕਟਰ ਰਣਬੀਰ ਸਿੰਘ, ਤੁਸੀਂ ਸ਼ਾਇਦ ਚੰਡੀਗੜ੍ਹ ਸੀਗੇ, ਉੱਥੇ ਗੁਲਜ਼ਾਰ ਸੰਧੂ ਹੋਣਾ ਦੀ ਪੀੜ੍ਹੀ ਤੋਂ ਲੈ ਕੇ ਅੱਜ ਦਾ ਜਿਹੜਾ ਨੌਜਵਾਨ ਮਤਲਬ ਉਹ ਗੁਰਬਖਸ਼ ਸਿੰਘ ਪ੍ਰੀਤਲੜੀ ਕਰਕੇ ਮਤਲਬ ਇੱਥੇ ਨਤਮਸਤਕ ਹੋਣ ਲਈ, ਕਿਉਂਕਿ ਜਿੰਨੇ ਵੀ ਕਿਹਾ ਤੇ ਉਹ ਕਹਿੰਦੇ ਵੀ ਬੜੀ ਦੇਰ ਬਾਅਦ ਆਏ ਆ, ਚਲੋ ਸਿਰਜਣਾ ਦੇ ਬਹਾਨੇ ਪ੍ਰੀਤਨਗਰ ਦੇ ਦਰਸ਼ਨ ਕਰਕੇ ਹਰ ਕੋਈ ਇੱਕ ਵਾਰੀ ਜ਼ਰੂਰ ਜਾਣਾ ਚਾਹੁੰਦਾ। ਤੇ ਮੈਂ ਇਹ ਗੱਲ ਚਾਹੁੰਦਾ ਕਿ ਉਹ ਜਿਹੜਾ ਸਿਲਸਿਲਾ ਪ੍ਰੀਤ ਮਿਲਨੀਆਂ ਦਾ ਪੂਨਮ ਪਰਿਵਾਰ ਵੱਲੋਂ ਮਤਲਬ ਕਿਉਂ ਨਹੀਂ ਦੁਬਾਰਾ ਸ਼ੁਰੂ ਕੀਤਾ ਗਿਆ? ਇਸ ਤਰ੍ਹਾਂ ਗੱਲ ਹੈਗੀ ਹੈ ਕਿ ਅਸੀਂ ਪਰਚਾ ਕੱਢਣ ਦੇ ਵਿੱਚ ਉਹਦੇ ਫਾਈਨੈਂਸ਼ੀਅਲ ਹਾਲਾਤ ਦੇ ਵਿੱਚ ਬਹੁਤ ਔਖੇ ਹੋ ਕੇ ਸਾਰਾ ਕੰਮ ਕਰਦੇ ਰਹੇ ਹਾਂ। ਹੁਣ ਮੈਂ ਕਹਿ ਸਕਦੀ ਹਾਂ ਕਿ 1-2 ਸਾਲ ਤੋਂ ਕਿ ਅਸੀਂ ਕੁਝ ਸਾਨੂੰ ਹੋਸ਼ ਆਉਣ ਲੱਗੀ ਹੈ। ਤੇ ਦੂਸਰਾ ਇਹ ਹੈਗਾ ਕਿ ਇੱਕ ਅੱਧੀ ਜੋ ਅਸੀਂ 100 ਸਾਲਾਂ ਤੇ ਇੱਕ ਕਰਾਇਆ ਸੀ 2 ਦਿਨਾਂ ਦਾ ਗੁਰਬਖਸ਼ ਸਿੰਘ ਜਦੋਂ 100 ਸਾਲ ਦੇ ਜਨਮ ਦਿਨ ਦਾ ਸੀਗਾ, ਉਹਦੇ ਵਿੱਚ ਇੱਕ ਯਾਦ ਆ ਰਹੀ ਮੈਨੂੰ ਗੱਲ ਮੈਂ ਦੱਸਣਾ ਚਾਹਾਂਗੀ ਕਿ ਇੱਕ ਆਦਮੀ ਆਇਆ ਸੀਗਾ ਸੁਣਨ ਵਾਸਤੇ ਅਖਬਾਰ ਪੜ੍ਹ ਕੇ, ਕਹਿੰਦਾ ਮੈਂ ਤਾਂ ਇੱਥੇ ਨਾ ਇਸ ਲਈ ਆਇਆ ਸੀ ਕਿ ਮੈਂ ਮੁੰਡੇ ਨੂੰ ਮੋਟਰਸਾਈਕਲ ਲੈ ਦਿਆਂ ਕਿ ਨਾ ਲੈ ਦਿਆਂ ਇਹ ਫੈਸਲਾ ਕਰਨ ਆਇਆ ਸੀ। ਮਤਲਬ ਗੁਰਬਖਸ਼ ਸਿੰਘ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਇੰਨੀਆਂ ਨੇ ਕਿ ਉਹਨਾਂ ਨੂੰ ਹਰ ਆਪਣੇ ਪੜਾਅ ਤੇ ਹਰ ਪੈਰ ਤੇ ਲੱਗਦਾ ਕਿ ਜੇ ਉਹ ਹੁੰਦੇ ਤੇ ਅਸੀਂ ਉਹਨਾਂ ਨੂੰ ਆਪ ਪੁੱਛਦੇ ਤੇ ਸਲਾਹ ਲੈਂਦੇ। ਸੋ ਇਸ ਤਰ੍ਹਾਂ ਨਾਲ ਜੁੜੇ ਹੋਏ ਨੇ ਲੋਕ। ਹੁਣ ਅਸੀਂ ਕੀਤਾ ਹੋਇਆ ਸ਼ੁਰੂ ਸਿਲਸਿਲਾ 2 ਸਾਲ ਹੋ ਗਏ ਨੇ, ਆ ਕੋਵਿਡ ਕਰਕੇ ਜ਼ਰਾ ਰੁਕ ਗਿਆ ਤੇ ਅਸੀਂ ਵੀ ਮਤਲਬ ਬੱਚੇ ਵੀ ਨਾਲ ਲੱਗੇ ਨੇ, ਬੇਟੀਆਂ ਨਾਲ ਲੱਗੀਆਂ ਨੇ ਤੇ ਇੱਕ ਪ੍ਰੋਗਰਾਮ ਬਣਾਇਆ ਜਿਸ 'ਚ ਮੇਲਾ ਲੱਗਿਆ 2 ਸਾਲ ਤੇ ਆਸ-ਪਾਸ ਦੇ ਪਿੰਡਾਂ ਦੇ ਲਈ ਲੋਕਾਂ ਦੀ, ਬਾਹਰੋਂ ਵੀ ਜਿਹੜਾ ਵੀ ਆਵੇ। ਸੋ ਉਹ ਮੇਲਾ ਕਲਾਕਾਰ ਚੁਣ ਕੇ ਸਾਰੀ ਦੁਨੀਆ ਚੋਂ 7-8 ਸਾਡੇ ਕੋਲ ਰਹੇ ਤੇ ਉਹਨਾਂ ਨੇ ਕਲਾਕ੍ਰਿਤੀਆਂ ਬਣਾਈਆਂ ਜਿਹਦੇ ਵਿੱਚ ਫਿਲਮਾਂ ਵੀ ਸੀ, ਮਾਧਿਅਮ ਆਪਣੇ ਆਪਣੇ ਵਰਤੇ ਤੇ ਸਮਾਜ ਦੇ ਲਈ ਕੋਈ ਮਤਲਬ ਅੱਗੇ ਲਿਜਾਣ ਵਾਲੀ ਕੋਈ ਨਵੀਂ ਸੋਚ ਦੇਣ ਵਾਲੇ ਕਲਾਕ੍ਰਿਤੀਆਂ ਉਹਨਾਂ ਨੇ ਬਣਾਈਆਂ। ਸੋ ਆਸ ਹੈ ਵੀ ਇਹ ਸਿਲਸਿਲਾ ਵੀ ਤੁਰੇਗਾ ਤੇ ਆਸ ਹੈ ਕਿ ਹੁਣ ਅਸੀਂ ਵੀ ਇਸ ਤਰੀਕੇ ਦੇ ਨਾਲ ਇਹ ਮਿਲਣੀਆਂ ਜੋ ਸਾਡਾ ਬਹੁਤ ਹੀ ਦਿਲ ਕਰਦਾ ਹੈ ਵੀ ਇਹ ਵੀ ਚੱਲਣ ਤੇ ਇਹ ਜ਼ਰੂਰ ਕੀਤਾ ਜਾਏ। ਇਹ ਗੁਰਬਖਸ਼ ਸਿੰਘ ਪ੍ਰੀਤਲੜੀ ਹੁਣਾਂ ਦੇ ਵੇਲੇ ਦੇ ਜਿਹੜੇ ਲੇਖਕ ਆ, ਜੇ ਸਪੋਜ਼ ਕਰ ਲਓ ਉਦੋਂ ਉਹ 40 ਸਾਲ ਦੇ ਸੀਗੇ ਪ੍ਰੀਤਲੜੀ ਜੀ, ਤੇ ਜਿਹੜਾ 25 ਸਾਲ ਦਾ ਲੇਖਕ ਆ ਹੈ ਨਾ, ਉਹ ਵੀ ਉਹਨਾਂ ਦੀ ਪੀੜ੍ਹੀ ਦਾ ਲੇਖਕ ਹੈ ਕਿਉਂਕਿ ਪ੍ਰੀਤਲੜੀ 'ਚ ਛਪਦੇ ਸੀ। ਮੈਨੂੰ ਵੀ ਮਾਣ ਹਾਸਲ ਆ ਕਿ ਮੈਂ ਪ੍ਰੀਤਲੜੀ ਦੇ ਵਿੱਚ ਛਪਿਆ। ਉਹਨਾਂ ਮੈਂ ਇਹ ਸਮਝਦਾ ਵਾਂ, ਮੇਰਾ ਇਹ ਸਵਾਲ ਨਹੀਂ ਆ, ਇੱਕ ਵਿਚਾਰ ਆ ਕਿ ਉਹਨਾਂ ਨਾਲ ਜਦੋਂ ਉਹ ਪਤਾ ਨਹੀਂ ਮਤਲਬ ਕਿੰਨੀ ਦੇਰ ਹੋਣਗੇ ਜਿੱਦਾਂ ਉਹ ਗੱਲਾਂ ਉਦੋਂ ਹੋਈਆਂ ਉੱਥੇ ਸਿਰਜਣਾ ਦੇ ਪ੍ਰੋਗਰਾਮ 'ਚ ਸਾਰੇ, ਤੇ ਇਹਨਾਂ ਦਾ ਜਿਹੜਾ ਮਿਲਨੀਆਂ ਦਾ ਸਿਲਸਿਲਾ ਜਿੱਦਾਂ ਤੁਸੀਂ ਕਿਹਾ ਹੀ ਆ ਸ਼ੁਰੂ ਕਰ ਰਹੇ ਆ ਤੇ ਕਰਨਾ ਵੀ ਚਾਹੀਦਾ। ਤੁਸੀਂ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਵਾਸਤੇ ਮਤਲਬ ਹੋਰ ਕੀ ਕਰਨਾ ਚਾਹੁੰਦੇ ਜ਼ਿਆਦਾ, ਮਤਲਬ ਸੋਚਿਆ ਹੋ ਉਹਨਾਂ ਦੇ ਸੁਪਨਿਆਂ ਬਾਰੇ, ਪ੍ਰੀਤਨਗਰ ਬਾਰੇ? ਦੇਖੋ ਇੱਕ ਤੇ ਇਹੀ ਹੈ ਕਿ ਉਹਨਾਂ ਦੀਆਂ ਜਿਹੜੀਆਂ ਲਿਖਤਾਂ ਨੇ ਨਾ ਉਹ ਸਭ ਤੋਂ ਵੱਧ ਇਹ ਕਿਹਾ ਗਿਆ ਕਿ ਅੱਜ ਵੀ ਜੇ ਸਭ ਤੋਂ ਵੱਧ ਕੋਈ ਚੀਜ਼ ਵਿਕਦੀ ਹੈ ਨਾ ਤੇ ਉਹ ਗੁਰਬਖਸ਼ ਸਿੰਘ ਪ੍ਰੀਤਲੜੀ ਦੀਆਂ ਕਿਤਾਬਾਂ ਵਿਕਦੀਆਂ। ਉਹਨਾਂ ਨੂੰ ਕਿਤਾਬਾਂ ਨੂੰ ਮਤਲਬ ਜੇ ਅਸੀਂ ਆਡੀਓ ਵੀ ਕਰ ਸਕੀਏ ਜਿਹੜੇ ਕਿ ਲੋਕੀ ਸੁਣੇ ਤੁਰੇ ਜਾਂਦੇ ਸੁਣਨ, ਇਸ ਤਰ੍ਹਾਂ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਤੁਹਾਡਾ ਜਿੱਦਾਂ ਮੈਗਜ਼ੀਨ ਜਿਹੜਾ ਕੋਈ ਵੀ ਕੱਢਣਾ ਉਹ ਬਿਲਕੁਲ ਇਹ ਸੱਚ ਆ, ਨਾ ਹੀ ਇਹਦੇ 'ਚ 2 ਗੱਲਾਂ ਕਿ ਘਰ ਫੂਕ ਕੇ ਤਮਾਸ਼ਾ ਵੇਖਣ ਵਾਲੀ ਗੱਲ ਹੁੰਦੀ ਆ। ਪਿੱਛੇ ਜੇ ਆਪਣੀ ਗੱਲ ਵੀ ਹੋਈ ਸੀਗੀ ਮਤਲਬ ਗ੍ਰਾਂਟ ਬਾਰੇ ਜਾਂ ਦੂਸਰਾ, ਤੇ ਹੁਣ ਅੱਜ ਕੱਲ ਮਤਲਬ ਪੇਪਰ ਲਗਾਤਾਰ ਨਿਕਲਦੇ ਆ, ਲਗਾਤਾਰ ਤੁਹਾਡੇ ਪਾਠਕ ਆ, ਇਹਦੀ ਜਿਹੜੀ ਫਾਈਨੈਂਸ਼ੀਅਲੀ ਹਾਲਤ ਆ ਪੇਪਰ ਦੀ ਕਿੱਥੋਂ ਕੁ ਤਿੱਕਰ ਆ, ਜਾਂ ਫਿਰ ਕੀ ਕਰਦੇ ਆ, ਕਿਹੜੇ ਹੀਲੇ ਵਰਤਦੇ ਇਹਨਾਂ ਨੂੰ ਕੱਢਣ ਵਾਸਤੇ? ਦੇਖੋ ਇੱਕ ਸਾਨੂੰ ਗ੍ਰਾਂਟ ਮਿਲੀ ਸੀ ਜੋ ਅਸੀਂ 10-12 ਸਾਲ ਉਸ ਤੋਂ ਚੱਲਦੇ ਰਹੇ। ਫਿਰ ਬਹੁਤ ਵੱਡਾ ਇੱਕ ਆਰਡਰ ਸੀਗਾ ਜੋ ਬੜਾ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਸਾਰੇ ਪ੍ਰਾਇਮਰੀ ਤੇ ਮਿਡਲ ਸਕੂਲਾਂ ਲਈ ਲੱਗਾ ਸੀ ਪਰਚਾ। ਉਹ ਕਿਸੇ ਪੋਲੀਟੀਕਲ ਕਾਰਨ ਕਰਕੇ ਉਹ ਉਦੋਂ ਆਪਣੇ ਆਪ ਨੂੰ ਪੂਰਾ ਸਾਂਭ ਰਿਹਾ ਸੀਗਾ। ਸੋ ਫੇਸਬੁੱਕ, ਇੰਟਰਨੈਟ ਸਾਡੇ ਮਤਲਬ ਇਸ ਤਰ੍ਹਾਂ ਨੂੰ ਅਸੀਂ ਇਸਤੇਮਾਲ ਕਰਦੇ ਹਾਂ ਕਿ ਅਸੀਂ ਪਰਚਾ ਉਸ ਤੇ ਪਾ ਦਈਏ ਤੇ ਜੋ ਵੀ ਪੜ੍ਹਨਾ ਚਾਹੇ ਉਹ ਪੜ੍ਹ ਲਏ ਤੇ ਮਤਲਬ ਜਿਸਨੇ ਉਹਦਾ ਵਿਜ਼ਾਨਾ ਕਦੀ ਦੇਣਾ ਹੈ ਨਾ ਉਹ ਹੋਰ ਪਾਸਿਓਂ ਆ ਹੀ ਜਾਂਦਾ। ਲੇਕਿਨ ਇਹ ਗੱਲ ਸੱਚ ਹੈ ਕਿ ਅਸੀਂ ਪੱਲਿਓਂ ਪੈਸਾ ਪਾ ਰਹੇ ਤੇ ਦੂਸਰਾ ਇਸ਼ਤਿਹਾਰ ਕੋਈ ਨਾ ਕੋਈ 3 ਇਸ਼ਤਿਹਾਰ ਅਸੀਂ ਲਗਾਉਂਦੇ ਇੱਕ ਮਹੀਨੇ 'ਚ। ਆਸ ਹੁੰਦੀ ਇੱਕ ਬਣਿਆ ਹੋਇਆ ਗਰੁੱਪ, ਮੋਟੇ ਤੌਰ ਤੇ ਕਹਿ ਸਕਦੇ ਹਾਂ
ਜੋ ਸਾਲ 'ਚ ਇੱਕ ਵਾਰੀ ਜਾਂ ਦੋ ਵਾਰੀ ਉਹ ਲੋਕ ਸਾਨੂੰ ਇਸ਼ਤਿਹਾਰ ਦਿੰਦੇ ਨੇ ਤੇ ਉਹਦੇ ਨਾਲ ਕਾਫੀ ਖਰਚਾ ਨਿਕਲਦਾ ਹੈ। ਕੋਈ ਬਹੁਤ ਖੂਬਸੂਰਤ ਯਾਦ ਹੋਵੇ ਤੁਹਾਡੀ, ਅੱਜ ਵੀ ਉਹਨੂੰ ਯਾਦ ਕਰਕੇ ਤੁਸੀਂ ਖੁਸ਼ ਹੋ ਜਾਂਦੇ ਹੋ? ਗੁਰਬਖਸ਼ ਸਿੰਘ ਹੋਰਾਂ ਨੂੰ ਪਹਿਲੀ ਵਾਰ ਜਦੋਂ ਮੈਂ ਵਿਆਹ ਤੋਂ ਬਾਅਦ ਜਾ ਕੇ ਮਿਲੀ ਤੇ ਬਾਕੀ ਲੋਕ ਪਿੱਛੇ ਰਹਿ ਗਏ ਸਨ, ਜਿੱਦਾਂ ਸਾਡੀ ਗੱਡੀ ਪਹਿਲਾਂ ਆ ਗਈ ਤੇ ਮੈਂ ਜਾ ਕੇ ਮਿਲੀ, ਉਹ ਉਤਰ ਕੇ ਆਏ ਤੇ ਉਹਨਾਂ ਨੇ ਮਤਲਬ ਮੈਂ ਪੈਰੀ ਹੱਥ ਲਾਏ, ਜਿਸ ਤਰ੍ਹਾਂ ਕਹਿੰਦੇ ਧੀ ਬਣ ਕੇ ਰਹੋ। ਤਾਂ ਇਹ ਉਹਨਾਂ ਨੇ ਮਤਲਬ ਮੈਨੂੰ ਕਿਹਾ ਤੇ ਇਸ ਤਰ੍ਹਾਂ ਦੀਆਂ ਪਿਆਰੀਆਂ ਪਿਆਰੀਆਂ ਯਾਦਾਂ ਨੇ। ਅੱਛਾ, ਇੱਕ ਗੱਲ ਹੋਰ ਆ, ਮੈਂ ਨਾ ਇੱਕ ਵਾਰੀ ਅਮਰਤਾ ਪ੍ਰੀਤਮ ਜੀ ਨੂੰ ਸਵਾਲ ਕੀਤਾ ਸੀਗਾ, ਮਤਲਬ ਇੱਦਾਂ ਬੈਠਾ ਸੀ ਮੈਂ ਉਹਨਾਂ ਦੇ ਕੋਲ ਤੇ ਗੱਲਾਂ ਚੱਲੀਆਂ ਵੀ ਰਸੋਈ ਵਿੱਚ ਮਤਲਬ ਜਦੋਂ ਦੋ ਭਾਂਡੇ ਆ ਹਨਾ, ਮਤਲਬ ਉਹ ਖੜਕਦੇ ਹੀ ਰਹਿੰਦੇ ਆ ਤੇ ਅਮਰੋਜ਼ ਨਾਲ ਮਤਲਬ ਕੋਈ ਇੱਦਾਂ ਦਾ ਮਤਲਬ ਵਾਕਿਆ ਵਾਪਰਿਆ ਹੋਵੇ ਤੇ ਉਹਨਾਂ ਨੇ ਨਾ ਬੜਾ ਹੀ ਖੂਬਸੂਰਤ ਜਵਾਬ ਦਿੱਤਾ ਸੀਗਾ। ਮੈਂ ਆਪਾਂ ਗੱਲ ਸਾਂਝੀ ਕਰ ਰਹੇ ਹਾਂ ਕਿ ਵਿਸ਼ਾਲ ਮਤਲਬ ਜੇ ਭਾਂਡੇ ਉਹ ਖੜਕਦੇ ਆਪਸ ਵਿੱਚ ਜਿਨ੍ਹਾਂ ਨੂੰ ਆਪਣੇ ਅੰਦਰ ਪਈਆਂ ਵਸਤੂਆਂ ਦੇ ਨਾਲ ਮੋਹ ਨਹੀਂ ਹੁੰਦਾ, ਹੈ ਨਾ, ਤੇ ਤੁਹਾਡੇ ਨਾਲ ਮਤਲਬ ਕਦੀ ਇਦਾਂ ਦੀ ਗੱਲ ਵਾਪਰੀ ਹੋਵੇ? ਕਿਉਂਕਿ ਕੰਮ ਕਰਨਾ, ਰਤੀ ਕੰਤ ਹੋਣਾ ਨਾਲ ਪੇਪਰ ਕੱਢਣਾ, ਆਰਥਿਕ ਮੰਦੀਆਂ ਤੰਗੀਆਂ ਚੋਂ ਨਿਕਲਣਾ, ਤੇ ਕੋਈ ਇਦਾਂ ਦੀ ਗੱਲ ਹੋਈ ਹੋਵੇ ਕਦੀ? ਬਹੁਤ ਗੱਲਾਂ ਨੇ। ਹਾਂ, ਘਬਰਾਹਟਾਂ ਤੇ ਸੁਭਾਅ ਬਹੁਤ ਔਖੇ ਹੁੰਦੇ ਨੇ, ਉਹਦੇ ਬਾਵਜੂਦ ਮਤਲਬ ਬੰਦੇ ਨੇ ਜਿਹੜਾ ਦੂਸਰਾ ਪਾਸਾ ਉਹ ਬਹੁਤ ਖੂਬਸੂਰਤ ਹੁੰਦਾ ਹੈ। ਸੋ ਇਹ ਚੀਜ਼ਾਂ ਦੇ ਵਿੱਚ ਮੈਂ ਕਾਫੀ ਸਾਲ ਮੈਨੂੰ ਮਤਲਬ ਦਵਾਈ ਖਾਣੀ ਪਈ, 10-15 ਸਾਲ, ਤੇ ਮੈਂ ਬਿਮਾਰ ਵੀ ਬਹੁਤ ਹੋਈ, ਜਿਸ ਵਿੱਚ ਮਤਲਬ ਰਤੀ ਕੰਤ ਨੇ ਬਹੁਤ ਹੀ ਜ਼ਿਆਦਾ ਸੇਵਾ ਕੀਤੀ ਜੋ ਕੋਈ ਨਰਸ ਵੀ ਨਹੀਂ ਸੀ ਕਰ ਸਕਦੀ। ਇਸ ਤਰ੍ਹਾਂ ਦੇ ਕਈ ਮੌਕੇ ਨੇ। ਬੱਚਿਆਂ ਬਾਰੇ ਕੋਈ ਸੁਪਨਾ ਲਿਆ ਹੋਵੇ? ਉਹ ਸਾਡੇ ਕਿਉਂਕਿ ਹੁਣ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਪਰਿਵਾਰ ਦੀ ਗੱਲ ਹੋ ਰਹੀ ਆ ਤੇ ਬਹੁਤ ਸਾਰੇ ਸਾਡੇ ਦੋਸਤ ਦਰਸ਼ਕ ਬੱਚਿਆਂ ਦੇ ਬਾਰੇ ਮੈਨੂੰ ਇਹੀ ਸੀਗਾ ਕਿ ਇਹਨਾਂ ਦੇ ਵਿੱਚ ਟੈਲੈਂਟ ਦੋਨੋਂ ਪਾਸਿਆਂ ਤੋਂ ਬਹੁਤ ਜ਼ਿਆਦਾ ਮਤਲਬ ਜੀਨਸ ਵਿੱਚ ਆਇਆ ਹੋਇਆ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਨੂੰ ਉਸ ਮੁਤਾਬਕ ਦੀ ਐਜੂਕੇਸ਼ਨ ਦੇ ਸਕੀਏ, ਐਕਸਪੋਜ਼ਰ ਦੇ ਸਕੀਏ, ਖੁੱਲ੍ਹ ਦੇ ਸਕੀਏ। ਸੋ ਕਾਫੀ ਖੁੱਲ੍ਹ ਦੇ ਨਾਲ ਅਸੀਂ ਉਹਨਾਂ ਨੂੰ ਹਰ ਮੌਕਾ ਮਤਲਬ ਆਪਣੇ ਜ਼ਿੰਦਗੀ ਨੂੰ ਬਣਾਉਣ ਦਾ ਦਿੱਤਾ ਹੋਇਆ ਤੇ ਅੱਜ ਵੀ ਮਤਲਬ ਉਹ ਬੜੇ ਸ਼ੁਕਰਗੁਜ਼ਾਰ ਨੇ ਕਿ ਸਾਨੂੰ ਪੂਰੀ ਖੁੱਲ੍ਹ ਮਿਲੀ ਤੇ ਮਿਲਦੀ ਹੈ ਤੇ ਆਪਣਾ ਫਨ ਨਿਖਾਰਨ ਨੂੰ, ਆਪਣੀ ਜ਼ਿੰਦਗੀ ਆਪ ਬਣਾਉਣ ਨੂੰ। ਤੇ ਮੇਰੇ ਫਾਦਰ ਨੇ ਇੱਕ ਚੀਜ਼ ਗੁਰਬਖਸ਼ ਸਿੰਘ ਹੋਰਾਂ ਤੋਂ ਪੜ੍ਹ ਕੇ ਸਿੱਖੀ ਸੀ, ਗਲਤੀਆਂ ਕਰਨ ਦੀ ਇਜਾਜ਼ਤ। ਸੋ ਉਹ ਵੀ ਇਜਾਜ਼ਤ ਜੋ ਹੈਗੀ, ਤੁਸੀਂ ਗਲਤੀ ਕਰੋਗੇ ਤੇ ਤੁਹਾਡੇ ਕੋਲ ਖੁੱਲ੍ਹ ਹੋਣੀ ਚਾਹੀਦੀ ਹੈ ਕਿ ਤੁਸੀਂ ਆਹ ਅਜ਼ਮਾਇਆ, ਆਹ ਠੀਕ ਹੈ, ਆਹ ਨਹੀਂ ਠੀਕ ਲੱਗਾ। ਉਹਦੇ ਵਿੱਚੋਂ ਆਪਣਾ ਵੀ ਸੁਭਾਅ ਪਤਾ ਲੱਗਦਾ ਹੈ ਕਿ ਮੈਂ ਕਿਸ ਜੋਗਾ ਹਾਂ। ਤੁਹਾਨੂੰ ਲੱਗਦਾ ਕਿ ਜੇ ਉਹਨਾਂ ਨੂੰ ਪ੍ਰੀਤਲੜੀ ਦੀ ਸੰਪਾਦਨਾ ਦੇ ਵਿੱਚ ਆਉਣਾ ਪਿਆ ਤੇ ਉਹ ਆਉਣ ਕੇ ਆ ਕੇ ਕੰਮ ਕਰਨਗੇ? ਉਹ ਹਰ ਤਰੀਕੇ ਨਾਲ ਕ੍ਰੀਏਟਿਵ ਮਦਦ, ਟੈਕਨੀਕਲ ਮਦਦ, ਮੈਂ ਕਈ ਵਾਰੀ ਕਹਿੰਦੀ ਹੁੰਦੀ ਵੀ ਇਹਨਾਂ ਦੇ ਆਪਣੇ ਆਪਣੇ ਫੀਲਡ ਨੇ, ਉਹਦੇ ਵਿੱਚੋਂ ਉਹਨਾਂ ਦਾ ਹੀ ਸਮਾਂ ਮਤਲਬ ਮੇਰੇ ਕੋਲ ਤਾਕਤ ਹੋਣੀ ਚਾਹੀਦੀ, ਉਹਨਾਂ ਦਾ ਸਮਾਂ ਮੈਂ ਖਰੀਦ ਸਕਾਂ। ਤੇ ਬੇਟਾ ਜੋ ਹੈ ਉਹਨੇ ਮਾਰਕੀਟਿੰਗ ਕੀਤੀ ਹੈ, ਉਹ ਵੀ ਉਸ ਤਰੀਕੇ ਦੀ ਸਲਾਹ ਦਿੰਦਾ ਹੈ। ਸੋ ਇਹ ਸਾਰੇ ਟੈਲੈਂਟ ਇਸਤੇਮਾਲ ਹੋ ਸਕਦੇ ਨੇ, ਲੇਕਿਨ ਜਿਸਨੇ ਕੰਮ ਕਰਨਾ ਹੈ ਉਹਨੂੰ ਇਵਜ਼ਾਨਾ ਮਿਲਣਾ ਚਾਹੀਦਾ। ਅਸੀਂ ਤੇ ਮਤਲਬ ਉਸ ਪੀੜ੍ਹੀ ਦੇ ਰਹੇ ਜੋ ਮੈਂ 10 ਸਾਲ ਬਾਅਦ ਪੈਦਾ ਹੋਈ ਹਾਂ ਆਜ਼ਾਦੀ ਤੋਂ, ਹਾਂਜੀ, ਤੇ ਸਾਡੇ ਵਿੱਚ ਅਜੇ ਵੀ ਉਹ ਜਜ਼ਬਾ ਸੀ ਕਿ ਅਸੀਂ ਇਸ ਤਰ੍ਹਾਂ ਦੇਸ਼ ਨੂੰ ਅੱਗੇ ਵਧਾਉਣਾ ਹੈ, ਆਪਣੇ ਜ਼ਰੀਏ ਵਧਾਈਏ। ਸਾਡੇ ਕੋਲ ਕੁਝ ਨਹੀਂ ਹੈਗਾ ਤੇ ਆਪਣੇ ਹੀ ਆਪ ਨੂੰ ਮਤਲਬ ਵਾਰ ਦਈਏ। ਸੋ ਲੇਕਿਨ ਅੱਗੇ ਅਸੀਂ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਸਕੀਏ ਕਿ ਅਸੀਂ ਪੂਰੀ ਪ੍ਰੋਫੈਸ਼ਨਲ ਹੈਲਪ ਲੈ ਸਕੀਏ। ਸੁਪਨਾ ਜਿਹੜਾ ਕੋਈ ਟੁੱਟ ਗਿਆ ਹੋਵੇ? ਸੁਪਨਾ ਜੋ ਮੇਰਾ ਪਿੱਛੇ ਰਹਿ ਗਿਆ, ਉਹ ਚੀਜ਼ਾਂ ਤੇ ਨਾਟਕ ਦੇ ਨਾਲ ਜੁੜੀਆਂ ਸੀਗੀਆਂ ਤੇ ਉਹ ਮੈਂ ਕੁਝ ਕਰਦੀ ਹੀ ਰਹੀ ਹਾਂ, ਮਤਲਬ ਆਡੀਓ ਵੀਡੀਓ ਬਣਾਉਂਦੀ ਰਹੀ ਹਾਂ ਤੇ ਤੋਰਦੀ ਰਹੀ ਹਾਂ ਇੰਟਰਨੈਟ ਦੇ ਉੱਤੇ। ਕੁਝ ਮੈਂ ਵਰਕਸ਼ਾਪਸ ਲੈਂਦੀ ਰਹੀ ਹਾਂ ਬੱਚਿਆਂ ਦੀਆਂ, ਸਕੂਲ 'ਚ ਜਾ ਕੇ ਪੜ੍ਹਾਉਂਦੀ ਰਹੀ ਹਾਂ ਤੇ ਉਹ ਮੈਂ ਥੋੜਾ ਨਾਲ ਜਾਰੀ ਰੱਖਿਆ। ਪੂਨਮ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਹਾਡੇ ਬਾਰੇ ਅੱਜ ਮੈਨੂੰ, ਸਾਡੇ ਪਾਠਕਾਂ ਨੂੰ, ਦਰਸ਼ਕਾਂ ਨੂੰ ਬਹੁਤ ਸਾਰੀਆਂ ਗੱਲਾਂ ਜਾਣਨ ਦਾ ਮੌਕਾ ਮਿਲਿਆ। ਤੁਹਾਡਾ ਇੱਥੇ ਮਨਦੀਪ
ਕੌਰ ਟਾਂਗਰਾ ਦੇ ਸਟੂਡੀਓ 'ਚ ਆਉਣ ਦਾ, ਸਾਡੇ ਕੋਲ ਆਉਣ ਦਾ ਬਹੁਤ ਤੁਹਾਡਾ ਧੰਨਵਾਦ ਬਹੁਤ ਜੀ। ਮਿਹਰਬਾਨੀ, ਮੈਨੂੰ ਬਹੁਤ ਅੱਛਾ ਲੱਗਿਆ ਤੁਹਾਡੇ। ਦੋਸਤੋ, ਇਹ ਸਨ ਪੂਨਮ ਸਿੰਘ ਪ੍ਰੀਤਲੜੀ ਤੋਂ, ਪ੍ਰੀਤਨਗਰ ਤੋਂ, ਜਿਨ੍ਹਾਂ ਨਾਲ ਅਸੀਂ ਗੱਲਬਾਤ ਸੁਣੀ, ਗੱਲਬਾਤ ਕੀਤੀ ਬੜੇ ਵਿਸਥਾਰ ਨਾਲ। ਫਿਰ ਅਗਲੇ ਐਪੀਸੋਡ 'ਚ ਕਿਸੇ ਹੋਰ ਸ਼ਖਸੀਅਤ ਨਾਲ ਮਿਲਾਂਗੇ। ਤਦੋਂ ਤੱਕ ਲਈ ਬਹੁਤ ਤੁਹਾਡਾ ਧੰਨਵਾਦ ਤੇ ਇਜਾਜ਼ਤ।